ਤਾਂ ਪਹਿਲੇ ਕਰੰਟ ਅਫੇਅਰ ਦੇ ਵਿੱਚ ਆਪਾਂ ਨੇ ਕੀ ਯਾਦ ਰੱਖਣਾ ਹੈ ਜੀ, ਧਿਆਨ ਨਾਲ ਸੁਣ ਲਓ। ਸਭ ਤੋਂ ਪਹਿਲੀ ਗੱਲ ਤਾਂ ਹੈਗੀ ਹੈ ਸੀਵੀ ਰਮਨ। ਉਸ ਤੋਂ ਬਾਅਦ ਹੈਗਾ ਜੀ ਨੋਬਲ ਪ੍ਰਾਈਜ਼ ਇਨ ਫਿਜ਼ਿਕਸ, ਸਭ ਤੋਂ ਪਹਿਲਾਂ ਇਹਨਾਂ ਨੂੰ ਮਿਲਿਆ ਸੀਗਾ, ਰਮਨ ਇਫੈਕਟ ਕਰਕੇ ਮਿਲਿਆ ਸੀਗਾ। ਤਾਂ ਇਹਨਾਂ ਦੀ ਰੀਸੈਂਟਲੀ ਬਰਥ ਐਨੀਵਰਸਰੀ ਜਿਹੜੀ ਹੈ ਸੈਲੀਬ੍ਰੇਟ ਕੀਤੀ ਹੈ। ਹੁਣ ਇਹਦਾ ਮਤਲਬ ਇਹ ਨਹੀਂ ਹੈ ਇਹਨਾਂ ਬਾਰੇ ਤੁਸੀਂ ਬਹੁਤ ਡਿਟੇਲਸ ਪੜ੍ਹੋਗੇ ਜਾਂ ਹੋਰ ਜਿਹੜੇ ਆਪਣੇ ਫਸਟ ਨੋਬਲ ਪ੍ਰਾਈਜ਼ ਵਿਨਰਸ ਨੇ ਉਹਨਾਂ ਬਾਰੇ ਵੀ ਡਿਟੇਲਸ ਪੜਾਂਗੇ, ਕਿਉਂਕਿ ਇਹ ਨਿਊਜ਼ 'ਚ ਤਾਂ ਆਪਾਂ ਨੂੰ ਬਸ ਇੰਨਾ ਪਤਾ ਹੋਣਾ ਚਾਹੀਦਾ ਵੀ ਨੋਬਲ ਪ੍ਰਾਈਜ਼ ਫਿਜ਼ਿਕਸ ਦੇ ਵਿੱਚ ਸਭ ਤੋਂ ਪਹਿਲਾਂ ਸੀਵੀ ਰਮਨ ਨੂੰ ਮਿਲਿਆ ਸੀਗਾ, ਰਮਨ ਇਫੈਕਟ ਕਰਕੇ ਮਿਲਿਆ ਸੀਗਾ। ਰਮਨ ਇਫੈਕਟ ਕੀ ਹੁੰਦਾ ਉਹ ਵੀ ਡਿਟੇਲਸ ਜਾਣਨ ਦੀ ਰਿਕੁਆਇਰਮੈਂਟ ਨਹੀਂ ਹੈ। ਚਲੋ, ਤਾਂ ਪਹਿਲੀ ਨਿਊਜ਼ ਦੇ ਬਸ 3 ਵਰਡਸ ਨੇ। ਦੂਜਾ ਹੈਗਾ ਜੀ ਫਲੋਰੈਂਸ ਨਾਈਟਿੰਗੇਲ ਅਵਾਰਡ। ਤਾਂ ਜਿਹੜੀ ਇਹ ਹੈਗੀ ਹੈ ਲੇਡੀ, ਇੱਕ ਬਹੁਤ ਹੀ ਵਧੀਆ ਲੈਵਲ ਦੀ ਨਰਸ ਸੀਗੀ, ਬਹੁਤ ਹੀ ਵਧੀਆ ਲੈਵਲ ਮਤਲਬ ਸਭ ਤੋਂ ਪਹਿਲੀ ਨਰਸ ਸੀ। ਪਹਿਲੀ ਗੱਲ ਤਾਂ ਇਹੀ ਬਸ ਮੋਸਟ ਇੰਪੋਰਟੈਂਟ ਗੱਲ ਹੈਗੀ ਹੈ ਕਿ ਵਰਲਡ ਦੀ ਫਸਟ ਲੇਡੀ, ਓਬਵੀਅਸਲੀ ਨਰਸ ਲੇਡੀ ਹੀ ਹੋਏਗੀ, ਤਾਂ ਉਹ ਜਿਹੜੀ ਸੀਗੀ ਫਲੋਰੈਂਸ ਨਾਈਟਿੰਗੇਲ ਸੀਗੀ। ਤਾਂ ਉਹਨਾਂ ਦੇ ਨਾਮ ਤੇ ਜਿਹੜਾ ਹੈਗਾ ਅਵਾਰਡ ਚੱਲੇ ਸੀਗੇ। ਹੁਣ ਇਹਦੇ ਵਿੱਚ ਕੀ ਹੈਗਾ, ਰੀਸੈਂਟਲੀ ਜਿਹੜਾ ਅਵਾਰਡ ਮਿਲਿਆ ਉਹ ਮਿਲਿਆ ਜੀ ਚੰਡੀਗੜ੍ਹ ਹਰਿੰਦਰ ਕੌਰ, ਪੰਜਾਬ ਦੀ ਸੁਰਿੰਦਰ ਕੌਰ। ਤਾਂ ਇਹਨੂੰ ਯਾਦ ਇਸ ਤਰ੍ਹਾਂ ਰੱਖ ਸਕਦੇ ਹੋ, ਪੰਜਾਬ ਦੇ ਵਿੱਚ ਆਪਾਂ ਸੁਰਿੰਦਰ ਕੌਰ ਵੈਸੇ ਪੜ੍ਹਦੇ ਆ, ਕੋਇਲ ਜਿਹੜੀ ਹੈਗੀ ਆਪਣੀ ਨਾਈਟਿੰਗੇਲ ਆਫ ਪੰਜਾਬ, ਦੈਟ ਇਜ਼ ਸੁਰਿੰਦਰ ਕੌਰ। ਤਾਂ ਉਵੇਂ ਯਾਦ ਰਹਿ ਜਾਏਗਾ। ਤਾਂ ਜੇ ਸੁਰਿੰਦਰ ਕੌਰ ਹੈ ਤਾਂ ਚੰਡੀਗੜ੍ਹ ਵਾਲੀ ਹਰਿੰਦਰ ਕੌਰ ਹੈ, ਬਸ। ਹੋਰ ਇਹਦੇ ਵਿੱਚ ਆਪਾਂ ਨੇ ਕੁਝ ਵੀ ਨਹੀਂ ਪੜ੍ਹਨਾ। ਉਸ ਤੋਂ ਬਾਅਦ ਹੈਗਾ ਰੈਂਕਿੰਗਸ। ਦੇਖੋ ਰੀਸੈਂਟ ਰੈਂਕਿੰਗਸ ਤੇ ਜ਼ਿਆਦਾ ਫੋਕਸ ਕਰਿਆ ਕਰੋ। ਪਹਿਲਾਂ ਵਾਲੀਆਂ ਰੈਂਕਿੰਗਸ ਜੇ ਮੰਨ ਲਓ ਫਰਵਰੀ ਮਾਰਚ ਅਪ੍ਰੈਲ ਹੈ ਉਹ ਤੁਸੀਂ ਇਗਨੋਰ ਕਰ ਸਕਦੇ ਹੋ। ਜੇ ਜਨਵਰੀ 'ਚ ਹੁਣ ਪੇਪਰ ਦੇਣ ਜਾ ਰਹੇ ਹੋ ਤਾਂ ਤੁਸੀਂ ਪਿਛਲੇ ਸਾਲ ਦੀਆਂ ਇਗਨੋਰ ਕਰੋ। ਜ਼ਿਆਦਾਤਰ ਆਈਆਈਟੀ ਮਦਰਾਸ ਟੌਪ ਤੇ ਚੱਲ ਰਿਹਾ, ਪਰ ਇੱਥੇ ਥੋੜਾ ਜਿਹਾ ਧਿਆਨ ਰੱਖਿਓ ਜੀ, ਇੱਥੇ ਜਿਹੜਾ ਹੈਗਾ ਆਈਆਈਟੀ ਬੰਬੇ ਹੈ। ਤਾਂ ਆਈਆਈਟੀ ਬੰਬੇ ਨੇ ਟੌਪ ਕੀਤਾ। ਉਸ ਤੋਂ ਬਾਅਦ ਇਹਦੇ ਵਿੱਚ ਜਿਹੜਾ ਹੈਗਾ ਥੋੜਾ ਬਹੁਤ ਇਹ ਤੇ ਫੋਕਸ ਕਰ ਲਓ। ਵੈਸੇ ਇੰਨਾ ਆਉਣ ਦੀ ਪੋਸੀਬਿਲਿਟੀ ਬਹੁਤ ਘੱਟ ਹੁੰਦੀ ਹੈ। PSSB ਵਰਗੇ ਪੇਪਰਾਂ 'ਚ ਇਹ ਆਉਣ ਦੀ ਬਹੁਤ ਹੀ ਘੱਟ ਪੋਸੀਬਿਲਿਟੀ ਹੁੰਦੀ ਹੈ, ਬਟ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਹੁਣ ਇਹਦੇ ਵਿੱਚ ਵੀ ਉਹੀ ਚੀਜ਼ ਹੈ ਕਿ ਬਹੁਤ ਜ਼ਿਆਦਾ ਪੈਰਾਮੀਟਰਸ ਤੇ ਵਰਕ ਨਹੀਂ ਕਰੋਗੇ ਵੀ ਕੌਣ ਦਿੰਦਾ, ਕਿਵੇਂ ਦਿੰਦਾ, ਕੀ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਦਿੱਤਾ ਜਾਂਦਾ, ਇਹ ਚੀਜ਼ ਨਹੀਂ ਕਰੋਗੇ। ਬਸ ਫਸਟ ਕੌਣ ਹੈਗਾ ਜੀ, ਆਈਆਈਟੀ ਬੰਬੇ। ਉਸ ਤੋਂ ਬਾਅਦ T20 ਓਬਵੀਅਸਲੀ ਕੁਐਸਚਨ ਆਏਗਾ ਹੀ ਆਏਗਾ, ਕਿਸੇ ਨਾ ਕਿਸੇ ਪੇਪਰ ਦੇ ਵਿੱਚ ਆਏਗਾ ਹੀ ਆਏਗਾ। ਇੰਗਲੈਂਡ ਨੇ ਪਾਕਿਸਤਾਨ ਨੂੰ ਹਰਾਇਆ। ਉਸ ਤੋਂ ਬਾਅਦ ਆਸਟ੍ਰੇਲੀਆ ਦੇ ਵਿੱਚ ਹੋਇਆ। 3 ਚੀਜ਼ਾਂ ਪਤਾ ਹੋਣੀਆਂ ਚਾਹੀਦੀਆਂ ਨੇ, ਬਹੁਤ ਹੈ ਇੰਨਾ। ਛੱਡ ਦਿਓ ਬਾਕੀ ਸਭ ਕੁਝ, ਵੀ ਮੈਨ ਆਫ ਦਾ ਟੂਰਨਾਮੈਂਟ ਕਿਹਨੂੰ ਮਿਲਿਆ, ਸਭ ਕੁਝ ਜਿਹੜਾ ਹੈਗਾ ਉਹ ਤੁਸੀਂ ਛੱਡ ਸਕਦੇ ਹੋ। ਜਿਹੜੀਆਂ ਇਹ ਡਿਸਕਸ ਕਰ ਰਹੇ ਜੀ ਇਸ ਟਾਈਮ ਤੇ ਮੈਂ, ਇਹ ਤੁਹਾਨੂੰ 100% ਪਤਾ ਹੋਣੀਆਂ ਚਾਹੀਦੀਆਂ। ਇਹਦੇ ਵਿੱਚ ਤੁਹਾਨੂੰ ਕੋਈ ਵੀ ਡਾਊਟ ਨਹੀਂ ਹੋਣਾ ਚਾਹੀਦਾ ਕਿਸੇ ਵੀ ਕੰਡੀਸ਼ਨ ਦੇ ਵਿੱਚ। ਬਾਕੀ ਇਹ ਤੁਹਾਨੂੰ ਮੈਂ ਸ਼ੁਰੂ ਦੇ ਵਿੱਚ ਦੱਸਤਾ ਵੀ ਤੁਸੀਂ ਆਪਣੇ ਐਂਡ ਤੋਂ ਇਹ ਸਾਰੀ ਫਾਈਲ ਕਰਨੀ ਹੀ ਕਰਨੀ ਹੈ। ਚਲੋ, ਹੁਣ ਇਸ ਤੋਂ ਬਾਅਦ ਹੈਗਾ ਜੀ ਨੈਕਸਟ ਕੁਐਸਚਨ, ਮਿਨਿਸਟਰੀ ਆਫ ਯੂਥ ਅਫੇਅਰਸ। ਤਾਂ ਅਵਾਰਡਸ ਦਿੱਤੇ ਗਏ ਨੇ ਰੀਸੈਂਟਲੀ। ਤਾਂ ਤੁਸੀਂ ਜਿਹੜਾ ਹੈਗਾ ਜੀ ਸਭ ਤੋਂ ਪਹਿਲਾਂ ਇਹਨੂੰ ਇਗਨੋਰ ਕਰ ਸਕਦੇ ਹੋ। ਹਾਂ, ਮੇਜਰ ਧਿਆਨ ਚੰਦ ਖੇਲ ਰਤਨ ਅਵਾਰਡ। ਤਾਂ ਇਹਦਾ ਪਹਿਲਾਂ ਕੁਝ ਹੋਰ ਨਾਮ ਹੁੰਦਾ ਸੀ, ਕਮੈਂਟਸ ਦੇ ਵਿੱਚ ਦੱਸ ਦਿਓ ਕੀ ਹੁੰਦਾ ਸੀਗਾ। ਸ਼ਰਦ ਕਮਲ ਨੂੰ ਮਿਲਿਆ। ਸ਼ਰਦ ਕਮਲ ਟੇਬਲ ਟੈਨਿਸ ਦਾ ਬਹੁਤ ਜ਼ਿਆਦਾ ਨਿਊਜ਼ 'ਚ ਚੱਲ ਰਿਹਾ, ਉਸ ਤਰ੍ਹਾਂ ਦਾ ਪਲੇਅਰ ਹੈਗਾ, ਤਾਂ ਪਤਾ ਹੋਣਾ ਚਾਹੀਦਾ। ਸ਼ਰਦ ਕਮਲ ਨੂੰ ਧਿਆਨ ਚੰਦ ਖੇਲ ਰਤਨ ਅਵਾਰਡ ਮਿਲਿਆ। ਦਰੋਣਾਚਾਰਿਆ ਅਵਾਰਡਸ 3 ਬੰਦਿਆਂ ਨੂੰ ਮਿਲੇ ਨੇ। ਤਾਂ ਦੇਖੋ ਇਹ ਜਿਹੜਾ ਹੈਗਾ ਜੀ ਇਸ ਟਾਈਮ ਤੇ ਥੋੜਾ ਜਿਹਾ ਫੋਕਸ ਕਰ ਲਓ ਵੀ ਇਹ ਯਾਦ ਰਹਿ ਜੇ। ਤਾਂ ਇਸ ਸਾਲ ਆਪਾਂ ਨੇ ਦੇਖਿਆ ਵੀ ਜਿਹੜਾ ਪ੍ਰਫੁੱਲ ਪਟੇਲ ਹੈਗਾ ਉਹ ਫੁੱਟਬਾਲ ਨਾਲ ਐਸੋਸੀਏਟਿਡ ਹੈ, ਬਹੁਤ ਜ਼ਿਆਦਾ ਨਿਊਜ਼ 'ਚ ਸੀਗਾ, ਬਹੁਤ ਜ਼ਿਆਦਾ ਕੰਟਰੋਵਰਸੀ ਸੀਗਾ, ਉਹਨੂੰ ਹਟਾ ਦਿੱਤਾ ਗਿਆ ਸੀ। ਤਾਂ ਹੁਣ ਰੀਸੈਂਟਲੀ ਆਪਾਂ ਨੇ ਕੀ ਪੜਿਆ, ਬਿਮਲ ਪ੍ਰਫੁੱਲ ਘੋਸ਼ ਨੂੰ ਫੁੱਟਬਾਲ ਦੇ ਵਿੱਚ ਦਰੋਣਾਚਾਰਿਆ ਅਵਾਰਡ ਮਿਲਿਆ। ਤਾਂ ਇਸ ਤਰ੍ਹਾਂ ਇਹ ਤਾਂ ਆਪਾਂ ਨੂੰ ਯਾਦ ਰਹਿ ਜਾਏਗਾ। ਦਿਨੇਸ਼ ਕਾਰਤਿਕ ਤਾਂ ਕ੍ਰਿਕਟ ਦਾ ਪਲੇਅਰ ਹੈਗਾ, ਤਾਂ ਇਹ ਵੀ ਆਪਾਂ ਨੂੰ ਯਾਦ ਰਹਿ ਜਾਏਗਾ। ਉਸ ਤੋਂ ਬਾਅਦ ਦਾਰਾ ਸਿੰਘ ਹੁੰਦਾ ਜੀ। ਦਾਰਾ ਸਿੰਘ ਦੇ ਕੇਸ ਦੇ ਵਿੱਚ ਜਿਹੜਾ ਹੈਗਾ ਆਪਾਂ ਨੂੰ ਤੀਜਾ ਵੀ ਯਾਦ ਰਹਿ ਜਾਏਗਾ। ਤਾਂ ਆਪਣੇ ਤਿੰਨੋਂ ਹਮੇਸ਼ਾ ਲਈ ਯਾਦ ਹੋ ਗਏ ਵੀ ਦਰੋਣਾਚਾਰਿਆ ਅਵਾਰਡਸ ਕਿਸ ਕਿਸ ਨੂੰ ਮਿਲੇ ਨੇ, ਕਿਉਂਕਿ ਆਪਾਂ ਨੇ ਨਾਲ ਥੋੜੀ ਬਹੁਤ ਐਸੋਸੀਏਸ਼ਨ ਕਰ ਲਈ। ਰਾਸ਼ਟਰੀ ਖੇਲ ਪੁਰਸਕਾਰ ਨੈਕਸਟ ਪੜ੍ਹਦੇ ਜੀ। ਇਹਦੇ ਵਿੱਚ ਕੀ ਹੈ ਇਹ ਛੱਡ ਸਕਦੇ ਹੋ, ਇਹ ਇੰਨੀ ਇੰਪੋਰਟੈਂਟ ਨਹੀਂ ਹੈ, ਛੱਡ ਸਕਦੇ ਹੋ। ਹੁਣ ਇਹ ਚੀਜ਼ ਇਹ ਬਹੁਤ ਹੀ ਇੰਪੋਰਟੈਂਟ ਹੈ ਜੀ। ਡਾਇਰੈਕਟ ਕੁਐਸਚਨ ਬਸ ਇਹੀ ਆਨਾ ਹੁੰਦਾ ਟੌਪ ਕਿਹਨੇ ਕੀਤਾ ਹੈ। ਹੋ ਸਕਦਾ ਉਹ ਸਿਰਫ ਇਹ ਲਿਖਣ, ਹੋ ਸਕਦਾ ਹੈ ਪੂਰਾ ਨਾਮ ਬੋਲਣ। ਮੌਲਾਨਾ ਅਬੁਲ ਕਲਾਮ ਆਜ਼ਾਦ ਟਰॉफी ਇਹ ਵੀ ਲਿਖ ਸਕਦੇ ਆ, MAKA ਵੀ ਲਿਖ ਸਕਦੇ ਆ। ਤਾਂ GNDU ਨੇ ਟੌਪ ਕੀਤਾ, ਪਤਾ ਹੋਣਾ ਚਾਹੀਦਾ। ਜ਼ਿਆਦਾਤਰ ਪੰਜਾਬ ਯੂਨੀਵਰਸਿਟੀ ਜਾਂ ਪੰਜਾਬੀ ਯੂਨੀਵਰਸਿਟੀ ਟੌਪ ਕਰਦੀ ਹੈ, ਬਟ ਇਹਦੇ ਵਿੱਚ ਇਸ ਵਾਰ GNDU ਨੇ ਟੌਪ ਕੀਤਾ। ਨੈਕਸਟ
इंपॉर्टेंट है नो डाउट। हुण ਇਹਦੇ ਵਿੱਚ ਕੀ क्वेश्चन आ सकता ਆਪਾਂ ਨੇ ਉਹ ਤੇ फोकस करना है। देखो ਇਹਦੇ ਵਿੱਚ ਜਿਹੜਾ ਹੈਗਾ ਜੀ सरदार वल्लभ भाई पटेल बारे गल हो रही है। नैशनल यूनिटी डे कदों हुंदा है? 31 अक्टूबर, पता होना चाहिए। ਇਹਨੂੰ राष्ट्रीय एकता दिवस भी कहते हैं। मोस्ट इंपॉर्टेंट मोस्ट रिपीटेड क्वेश्चन सब तो ज्यादा इंपॉर्टेंट इस चों यह है, इंडिया का फर्स्ट होम मिनिस्टर कौन सीगा? तो ये डायरेक्ट क्वेश्चन बहुत बार आया हुआ है, तुसी चेक कर सकते हो। चलो जी नेक्स्ट है द क्लाइमेट चेंज परफॉर्मेंस इंडेक्स। तो क्लाइमेट चेंज परफॉर्मेंस इंडेक्स दे विच सब तो पहला सब तो इंपॉर्टेंट चीज पढ़ांगे वो हैगा जी अपने कोल कि इस बार फर्स्ट सैकेंड थर्ड ते कोई भी नहीं सीगा। तो सब तो पहली चीज तो यह पता होनी चाहिए है। उस तो बाद डेनमार्क फोर्थ ते सीगा। दैन जिहड़ा इंडिया की प्लेस हैगी है जी इहदे विच वो हैगी है 8वें नंबर ते। तो इंडिया की जिहड़ी प्लेस हैगी है वो 8वें नंबर ते है। हुण इस तो बाद जिहड़ा हैगा थोड़ा जिहा भी कर लो भी यह जर्मन वॉच ने पब्लिश की है। नाल जिहड़ा हैगा तुसीं ये कह सकते हो क्लाइमेट इंस्टीट्यूट करके कुछ सीगा नाम, तो उन्हें जिहड़ा हैगा ये पब्लिश की है रिपोर्ट। ये चीज भी तुहानूं पता होनी चाहिए है। नैक्सट देखो फीफा बारे की हैगा पहला समझो। हुण जदों भी इस तरह के टॉपिक्स ने फीफा हैगा, कॉमनवेल्थ गेम्स हैगियां ने, ओलंपिक्स हैगे ने, इन्हां दे अनलिमिटेड क्वेश्चंस पाए जाते हैं हर सोर्स से। ये एक बहुत वड्डी गलती है जे तुसीं वो सारिआं नूं फॉलो कर रहे हो। जे तुसीं फीफा दे किते भी देखोगे तो अबाउट 40-45 क्वेश्चंस बन जाते हैं। कॉमनवेल्थ के तो पता ही नहीं किन्ने, ओलंपिक्स के पता ही नहीं किन्ने। हुण देखो आ तो कुछ भी सकता, मैं बार बार यही चीज़ कहना, बट थोनों मेन चीज़ां पता होनी चाहिए। जे कोई भी एक इवेंट हो रहा तो वो बस 10 की पॉइंट इंपॉर्टेंट होंगे ने, वो फोकस करो। तो फीफा दे विच फिलहाल आप पढ़ांगे की चीज़ है जी। ये सब तो पहला यह हैगा भी कतर दोहा दे विच होया सी। तो ऑब्वियसली ये सारे नूं पता होना चाहिए। आ स्टेडियम ते भी थोड़ा जिहा फोकस कर लो। अल बेत स्टेडियम इन अल खोर कतर, ठीक है। तो थोड़ा जिहा कर लो, कई बार आ सकता है। 32 टीम्स ने पार्टिसिपेट किया, ये इन्ना ज्यादा इंपॉर्टेंट नहीं है। हाँ ये बहुत इंपॉर्टेंट है। जिहड़ा मैस्कट हैगा शुभ चिंतक हुंदा, तो ये थोनों पता होना चाहिए। तो इस बार जिहड़ा हैगा जी लाइव। उस तो बाद जिहड़ी फुटबॉल हैगी है बहुत सालों तो चल रही है, एडिडास दी ही चल रही है। तो जिहड़ी हैगी है जी उन्होंने आपां कह सकते हैं फुटबॉल का नाम हैगा अल रिहला। हुण अल रिहला का मतलब जर्नी हुंदा, यह चीज इग्नोर कर सकते हो। एडिडास पता होना चाहिए, अल रिहला पता होना चाहिए, देन ये स्टेडियम का भी नाम पता होना चाहिए, लाइव भी पता होना चाहिए। होर फीफा दे विच की हैगा जी यह सब तो इंपॉर्टेंट है। देखो आने वाली चीज से अजकल ज्यादा फोकस किया जा रहा है। ताही थोनों मैं कहा सी जे थोड़ा 22 जनवरी को एक्सरसाइज का पेपर है तो थोनों करंट अफेयर्स एटलीस्ट 10 मार्च 2023 तक दे पता होने चाहिए ने। ज्यादातर यह डिस्कस होंदा है भी दिसंबर 2022 तक पढ़ लो, नहीं अजकल स्टैप अगे जा रहा है। थोनों आने वाले इवेंट्स से भी फोकस करना पएगा। ਇਹਦੇ ਵਿੱਚ ਇਹ ਹੈਗਾ ਵੀ ਤੁਹਾਨੂੰ ਜਿੰਨੇ ਵੀ ਇਵੈਂਟਸ ਨੇ, ਮੰਨ ਲਓ 2026 ਦੇ ਵਿੱਚ ਬੈਡਮਿੰਟਨ ਜਿਹੜਾ ਹੈਗਾ ਇੰਡੀਆ ਦੇ ਵਿੱਚ ਹੋਣਾ, ਤਾਂ ਤੁਹਾਨੂੰ ਇਹ ਚੀਜ਼ ਪਤਾ ਹੋਣੀ ਚਾਹੀਦੀ ਹੈ। ਜਿੰਨੇ ਵੀ ਅਪਕਮਿੰਗ ਇਵੈਂਟਸ ਇੰਡੀਆ ਦੇ ਵਿੱਚ ਹੋਣੇ, ਚਾਹੇ 2 ਸਾਲ ਬਾਅਦ, ਚਾਹੇ 4 ਸਾਲ ਬਾਅਦ, ਚਾਹੇ 10 ਸਾਲ ਬਾਅਦ, ਚਾਹੇ 20 ਸਾਲ ਬਾਅਦ, ਤੁਹਾਨੂੰ ਪਤਾ ਹੋਣੇ ਚਾਹੀਦੇ ਨੇ। ਸਿਮਿਲਰਲੀ ਜਿਹੜੇ ਰੀਸੈਂਟ ਹੋਣੇ ਨੇ ਜਾਂ ਰੀਸੈਂਟ ਹੋ ਕੇ ਹਟੇ ਨੇ, ਉਹਦਾ ਨੈਕਸਟ ਵਰਜ਼ਨ ਕਿੱਥੇ ਹੋਣਾ ਹੈ। ਜਿਵੇਂ ਤੁਹਾਡੇ ਸਾਹਮਣੇ ਐਗਜ਼ਾਮਪਲ ਹੈਗੀ ਹੈ भी फीफा का नैक्सट वर्जन कितने होना है, तो यह चीज पता होनी चाहिए है। काफी इंपॉर्टेंट है। एक क्वेश्चन बहुत रेयर चांसेस है भी आऊगा दोहा दे विच इस बार होया, बट एदी प्रोबेबिलिटी बहुत ज्यादा है। तो यूएसए कैनेडा मैक्सीको दे विच 2026 दे विच होना है, पता होना चाहिए। बाकी फीफा हो गया, कॉमनवेल्थ गेम्स हो गया, इस तरह के टॉपिक में जिहड़ा हैगा अलग तो भी कवर किया जाएगा। नैक्सट तो ये जिहड़ा हैगा जी ये पढ़ांगे आपां, उहदे बारे कोई क्वेश्चन नहीं बन सकता। तुहानूं मैं क्या कुछ भी पढ़ते हो खत्म होने उदों करना जदों तुहानूं पता लग गया उस चों तुहानूं क्वेश्चन की आना है। जिहड़े भी पेपर की तैयारी कर रहे हो तुहानूं ये पता होना चाहिए भी उस चों क्वेश्चन की बनेगा। तो ये चों क्वेश्चन बनने की उम्मीद बहुत घट है। बहुत ही इंपॉर्टेंट ऑलमोस्ट कन्फर्म्ड है, क्वेश्चन आएगा ही आएगा किसी ना किसी पेपर दे विच। डायरैक्ट तुहानूं पता होना चाहिए जी चैंपियंस ऑफ द अर्थ अवार्ड। तो चैंपियंस ऑफ द अर्थ अवार्ड किसनूं मिलिया? पूर्णिमा देवी बर्मान। पूर्णिमा देवी बर्मान नूं मिले। डायरेक्ट ये पता होना चाहिए। यह यूएनईपी दिंदी है,
ਇਨਵਾਇਰਨਮੈਂਟ ਨਾਲ ਐਸੋਸੀਏਟਿਡ ਹੈ। ਤਾਂ ਕੁਐਸਚਨ ਆ ਸਕਦਾ ਕਿਸ ਫੀਲਡ ਨਾਲ ਐਸੋਸੀਏਟਿਡ ਹੈ, ਲਿਟਰੇਚਰ ਨਾਲ ਐਸੋਸੀਏਟਿਡ ਹੈ ਜਾਂ ਕਿਸ ਨਾਲ ਹੈ। ਤਾਂ ਇਹ ਇਨਵਾਇਰਨਮੈਂਟ ਨਾਲ ਐਸੋਸੀਏਟਿਡ ਹੈਗਾ। ਡਾਇਰੈਕਟ ਕੁਐਸਚਨ ਆਏਗਾ ਚੈਂਪੀਅਨਸ ਆਫ ਦਾ ਅਰਥ ਅਵਾਰਡ ਕਿਸ ਨੂੰ ਮਿਲਿਆ, ਜਾਂ ਫਿਰ ਪੂਰਨਿਮਾ ਦੇਵੀ ਬਰਮਨ ਨੂੰ ਚੈਂਪੀਅਨਸ ਆਫ ਦਾ ਅਰਥ ਅਵਾਰਡ ਮਿਲਿਆ, ਕਿਹੜੀ ਫੀਲਡ ਨਾਲ ਇਹ ਐਸੋਸੀਏਟਿਡ ਹੈ ਪਤਾ ਹੋਣਾ ਚਾਹੀਦਾ। ਉਸ ਤੋਂ ਬਾਅਦ ਮਿਨਿਸਟਰੀ ਆਫ ਯੂਥ ਅਫੇਅਰਸ ਟੈਂਜ਼ਿਨ ਨੋਰਗੇ ਅਵਾਰਡਸ, ਤਾਂ ਇਹਨੂੰ ਆਪਾਂ ਜਿਹੜਾ ਹੈਗਾ ਦੇਖਦੇ ਆ। ਦੇਖੋ ਪਹਿਲੀ ਗੱਲ ਤਾਂ ਇਹ ਹੈਗਾ ਵੀ ਯੂਥ ਅਫੇਅਰਸ ਐਂਡ ਸਪੋਰਟਸ ਇਹ ਦਿੰਦੀ ਅਵਾਰਡਸ। ਰੀਸੈਂਟਲੀ ਜਿਹੜਾ ਹੈਗਾ 3 ਕੈਟਾਗਰੀਜ਼ ਬਾਰੇ ਆਪਾਂ ਪੜਾਂਗੇ, ਲੈਂਡ, ਵਾਟਰ, ਲਾਈਫ ਟਾਈਮ। ਤਾਂ ਲੈਂਡ ਦੇ ਉੱਤੇ ਨੈਨਾ, ਦੇਖੋ ਇਹਦੇ ਵਿੱਚ ਕੀ ਹੈਗਾ ਜੀ, ਨੈਨਾ ਲੈਂਡ। ਉਸ ਤੋਂ ਬਾਅਦ ਵਾਟਰ ਸ਼ੁਭਮ, ਦੈਨ ਮੇਨ ਵਰਡਸ ਲਾਈਫ ਟਾਈਮ, ਲਾਈਫ ਬਹੁਤ ਵੱਡੀ ਹੁੰਦੀ ਹੈ, ਇਹਦਾ ਨਾਮ ਵੀ ਬਹੁਤ ਵੱਡਾ ਹੈਗਾ, ਠੀਕ ਹੈ। ਬਾਕੀ ਤੁਹਾਨੂੰ ਪਰਸਨਲ ਮੈਥਡਸ ਜਾਂ ਜਨਰਲ ਮੈਥਡਸ ਜਾਂ ਸਭ ਕੁਝ ਸਮਝਾਇਆ ਹੋਇਆ, ਉਹ ਤੁਸੀਂ ਦੇਖ ਸਕਦੇ ਹੋ, ਸਮਝ ਸਕਦੇ ਹੋ। ਜੇ ਨਹੀਂ ਸੁਣੀਆਂ ਵੀਡੀਓਜ਼ ਤਾਂ ਅਵੇਲੇਬਲ ਹੈਗੀਆਂ ਨੇ, ਉਹ ਜਰੂਰ ਦੇਖ ਲਿਓ ਮੈਮਰੀ ਮੈਥਡਸ ਵਾਲੀਆਂ, ਤਾਂ ਉੱਥੋਂ ਤੁਹਾਨੂੰ ਪਤਾ ਲੱਗ ਜਾਊਗਾ ਵੀ ਆਪਾਂ ਡਾਟਾ ਨੂੰ ਕਿਸ ਤਰ੍ਹਾਂ ਯਾਦ ਕਰ ਸਕਦੇ ਹਾਂ। ਦੈਨ ਦੇਖੋ ਇਹ ਵੀ ਬਹੁਤ ਇੰਪੋਰਟੈਂਟ ਹੈ ਜੀ। ਤਾਂ ਆਪਾਂ ਜਿਹੜਾ ਹੈਗਾ ਡਿਜੀਟਲ ਰੂਪੀ ਬਾਰੇ ਬਾਰ-ਬਾਰ ਪੜ੍ਹ ਰਹੇ ਹਾਂ, ਬਹੁਤ ਟਾਈਮ ਤੋਂ ਪੜ੍ਹ ਰਹੇ ਹਾਂ। ਸਭ ਤੋਂ ਪਹਿਲਾਂ ਤਾਂ ਇਹਦੇ ਵਿੱਚ ਜਿਹੜਾ ਮੋਸਟ ਇੰਪੋਰਟੈਂਟ ਕੁਐਸਚਨ ਹੈਗਾ ਜੀ ਉਹ ਇਹੀ ਹੈ ਕਿ CBDC, ਤਾਂ ਇਹਦੇ ਬਾਰੇ ਜਿਹੜੀ ਫੁੱਲ ਫਾਰਮ ਹੈਗੀ ਹੈ ਜੀ ਤੁਸੀਂ ਕਮੈਂਟਸ ਦੇ ਵਿੱਚ ਦੱਸੋਗੇ ਕੀ ਚੀਜ਼ ਹੈ। ਬਹੁਤ ਜ਼ਿਆਦਾ ਨਿਊਜ਼ ਚੱਲ ਰਹੀ ਹੈ, ਬਹੁਤ ਵਾਰ ਆਪਾਂ ਨੇ ਡਿਸਕਸ ਵੀ ਕਰ ਲਿਆ ਆਲਰੇਡੀ। ਹੁਣ ਉਸ ਤੋਂ ਬਾਅਦ ਜਿਹੜਾ ਹੈਗਾ ਜੀ RBI ਨੇ ਲਾਂਚ ਕੀਤਾ, ਡਿਜੀਟਲ ਰੂਪੀ ਲਾਂਚ ਕੀਤਾ, ਠੀਕ ਹੈ। ਤਾਂ ਇਹਦੇ ਬਾਰੇ ਤੁਸੀਂ ਕਮੈਂਟਸ ਦੇ ਵਿੱਚ ਡਿਸਕਸ ਕਰੋਗੇ, ਜਿਹੜਾ ਆਪਾਂ ਵਾਰ-ਵਾਰ ਕਲਾਸ ਕਰ ਚੁੱਕੇ ਆ ਕਿ ਇਹਦੇ ਕੀ ਬੈਨੀਫਿਟਸ ਨੇ, ਕਿਉਂ ਇਹਦੀ ਰਿਕੁਆਇਰਮੈਂਟ ਹੈ। ਆਲਰੇਡੀ UPI ਹੈਗਾ, ਆਲਰੇਡੀ ਆਪਾਂ ਆਨਲਾਈਨ ਪੇਮੈਂਟਸ ਕਰ ਰਹੇ ਹਾਂ, ਫਿਰ ਇਹਦੀ ਕਿਉਂ ਰਿਕੁਆਇਰਮੈਂਟ ਹੈ, ਠੀਕ ਹੈ ਜੀ। ਚਲੋ ਇਹਨੂੰ ਕਮੈਂਟਸ ਦੇ ਵਿੱਚ ਡਿਸਕਸ ਕਰਾਂਗੇ। ਹਾਂ ਇੱਥੇ ਜਿਹੜਾ ਹੈਗਾ ਜੀ ਪਾਇਲਟ ਲਾਂਚ, ਤਾਂ ਪਾਇਲਟ ਪ੍ਰੋਜੈਕਟ ਜਾਂ ਪਾਇਲਟ ਲਾਂਚ ਦਾ ਮਤਲਬ ਇਹ ਹੁੰਦਾ ਵੀ ਪਹਿਲਾਂ ਥੋੜੇ ਜਿਹੇ ਏਰੀਆ 'ਚ ਆਪਾਂ ਐਕਸਪੈਰੀਮੈਂਟ ਕਰਕੇ ਦੇਖ ਲੈਂਦੇ ਆ, ਜੇ ਵਧੀਆ ਲੱਗਿਆ ਤਾਂ ਪੂਰੇ ਇੰਡੀਆ 'ਚ ਕਰ ਦਾਂਗੇ ਜਾਂ ਪੂਰੇ ਵੱਡੇ ਏਰੀਆ 'ਚ ਕਰ ਦਾਂਗੇ। ਤਾਂ ਪਾਇਲਟ ਪ੍ਰੋਜੈਕਟ ਹਮੇਸ਼ਾ ਇੱਕ ਸਟੇਟ ਦੇ ਵਿੱਚ, 2 ਸਟੇਟਸ ਦੇ ਵਿੱਚ, ਇੱਕ ਬੈਂਕ ਦੇ ਵਿੱਚ, 2 ਬੈਂਕਸ ਦੇ ਵਿੱਚ ਐਵੇਂ ਕੀਤਾ ਜਾਂਦਾ। ਹੁਣ ਇਹਦੇ ਵਿੱਚ ਜਿਹੜਾ ਹੈਗਾ 9 ਬੈਂਕਸ ਨੇ ਸਟਾਰਟ ਕੀਤਾ, ਤਾਂ ਇਹ ਥੋੜਾ ਜਿਹਾ ਯਾਦ ਰੱਖ ਲਿਓ ਵੀ ਜਿਹੜਾ ਪਾਇਲਟ ਪ੍ਰੋਜੈਕਟ ਸੀਗਾ ਉਹ 9 ਬੈਂਕਸ ਨੇ ਕੀਤਾ ਸੀਗਾ। ਆਬਵੀਅਸਲੀ ਇਹ ਬੈਂਕਸ ਦੇ ਨਾਮ ਨਹੀਂ ਯਾਦ ਕਰੋਗੇ, ਸਿਰਫ ਬੈਂਕਿੰਗ ਵਾਸਤੇ ਇੰਪੋਰਟੈਂਟ ਹੈ ਜੇ ਬੈਂਕਿੰਗ ਦਾ ਪੇਪਰ ਹੈ। ਅਦਰਵਾਈਜ਼ PSSS ਵੀ ਨਹੀਂ ਪੁੱਛਣ ਲੱਗੀ ਵੀ ਕਿਹੜੇ ਬੈਂਕ ਨੇ ਲਾਂਚ ਕੀਤਾ, ਕਿਹੜੇ ਬੈਂਕ ਨੇ ਨਹੀਂ ਕੀਤਾ, ਠੀਕ ਹੈ ਜੀ। ਇੰਡੀਆ ਇਜ਼ ਔਨ ਟਰੈਕ, ਦੇਖੋ ਇਹ ਬਹੁਤ ਇੰਪੋਰਟੈਂਟ ਹੈ, ਪਰ ਇਹ ਮੈਨੂੰ ਲੱਗਦਾ ਆਫੀਸ਼ੀਅਲੀ ਅਨਾਉਂਸਮੈਂਟ ਨਹੀਂ ਹੈ, ਠੀਕ ਹੈ। ਤਾਂ ਮੇ ਵੀ ਜਿਹੜਾ ਹੈਗਾ ਇਸ ਡਾਊਟਸ ਹੋਣ। ਇਹਦੇ ਵਿੱਚ ਸਿੰਪਲ ਇਹ ਕਿਹਾ ਗਿਆ ਕਿ ਇੰਡੀਆ 3rd ਲਾਰਜੈਸਟ ਇਕਨੋਮੀ ਬਣਨ ਜਾ ਰਹੀ ਹੈ 2027 ਚ, ਸਰਪਾਸਿੰਗ ਜਾਪਾਨ ਨੂੰ ਵੀ ਪਿੱਛੇ ਛੱਡ ਦੂਗੀ, ਜਰਮਨੀ ਨੂੰ ਵੀ ਪਿੱਛੇ ਛੱਡ ਦੂਗੀ। ਇਹਦਾ ਮਤਲਬ ਇਹ ਹੈਗਾ ਕਿ ਇਸ ਟਾਈਮ ਤੇ ਉਹ 5ਵੇਂ ਨੰਬਰ ਤੇ ਹੈ, ਠੀਕ ਹੈ ਜੀ। ਤਾਂ ਆਪਾਂ ਨੂੰ ਬਸ ਇਹ ਪਤਾ ਹੋਣਾ ਚਾਹੀਦਾ ਕਿ ਇਸ ਟਾਈਮ ਤੇ ਇੰਡੀਆ 5th ਲਾਰਜੈਸਟ ਇਕਨੋਮੀ ਹੈਗੀ ਹੈ, ਬਸ ਆਪਾਂ ਨੂੰ ਇਹ ਪਤਾ ਹੋਣਾ ਚਾਹੀਦਾ। ਉਹ ਚੀਜ਼ ਛੱਡ ਦੋ ਕਿਉਂਕਿ ਉਹ ਕੋਈ ਬਹੁਤ ਆਫੀਸ਼ੀਅਲ ਕਿਸੇ ਨੇ ਨਹੀਂ ਕਿਹਾ, ਤਾਂ ਸਿੰਪਲ ਆਪਾਂ ਨੂੰ ਇਹ ਪਤਾ ਹੋਣਾ ਚਾਹੀਦਾ ਵੀ ਇੰਡੀਆ ਜਿਹੜੀ ਹੈਗੀ ਹੈ ਇਸ ਟਾਈਮ ਤੇ 5ਵੇਂ ਨੰਬਰ ਤੇ ਹੈ। ਪਹਿਲੇ 4 ਤੇ ਕਿਹੜੇ ਹੈ ਉਹ ਵੀ ਤੁਸੀਂ ਛੱਡ ਸਕਦੇ ਹੋ, ਉਹ ਵੀ ਇੰਨੀ ਇੰਪੋਰਟੈਂਟ ਚੀਜ਼ ਨਹੀਂ ਹੈ। ਇੰਡੀਆ ਦੀ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ। ਹਾਂ PPSC ਤੁਹਾਨੂੰ ਪਹਿਲੇ 5 ਦੇ 5 ਪਤਾ ਹੋਣੇ ਚਾਹੀਦੇ ਨੇ। ਨੈਕਸਟ India Post Payment Bank organized India's first floating financial literacy camp in Srinagar। ਤਾਂ ਥੋੜਾ ਜਿਹਾ ਡਿਫਰੈਂਟ ਟਾਈਪ ਆਫ ਨਿਊਜ਼ ਹੈਗੀ ਹੈ, ਇੰਪੋਰਟੈਂਟ ਨਿਊਜ਼ ਲੱਗ ਰਹੀ ਹੈ ਕਿਉਂਕਿ ਥੋੜੀ ਜਿਹੀ ਡਿਫਰੈਂਟ ਟਾਈਪ ਆਫ ਹੈਗੀ ਹੈ। ਤਾਂ ਐਕਸੈਪਸ਼ਨ ਟਾਈਪ ਵੀ ਹੈਗੀ ਹੈ, ਕਹਿ ਸਕਦੇ ਹੋ। ਨਿਵੇਸ਼ਕ ਦੀਦੀ ਪ੍ਰੋਗਰਾਮ, ਤਾਂ ਡਾਇਰੈਕਟ ਆ ਸਕਦਾ ਜੀ ਕੁਐਸਚਨ ਵੀ ਜਿਹੜਾ ਇਹਦਾ ਨਾਮ ਹੈਗਾ ਇਹ ਦੇ ਦੇਣਗੇ ਵੀ ਕਾਹਦੇ ਨਾਲ ਰਿਲੇਟਡ ਹੈ। ਉਸ ਤੋਂ ਬਾਅਦ ਆ ਸਕਦਾ ਵੀ ਇਹਦੀ ਜਿਹੜੀ ਹੈਗੀ ਹੈ ਲੋਕੇਸ਼ਨ ਕੀ ਹੈ, ਤਾਂ ਲੋਕੇਸ਼ਨ ਹੈਗੀ ਹੈ ਸ਼੍ਰੀਨਗਰ JNK। ਹੈ ਕਿ ਇਹ ਪਾਰਟਿਕੂਲਰਲੀ ਫਾਈਨੈਂਸ਼ੀਅਲ ਲਿਟਰੇਸੀ ਦੇਗਾ। ਆਬਵੀਅਸਲੀ ਜੀ ਫਾਈਨੈਂਸ਼ੀਅਲ ਤੁਸੀਂ ਸਮਝਦੇ ਹੋ, ਇਕਨੋਮਿਕਸ, ਪੈਸਾ, ਬੈਂਕਿੰਗ, ਬੈਂਕ, ਤਾਂ ਸਾਰੀਆਂ ਸਰਵਿਸਿਜ਼ ਕੀ ਹੁੰਦੀਆਂ ਨੇ, ਕੀ ਉਹਨਾਂ ਦੇ ਬੈਨੀਫਿਟਸ ਹੁੰਦੇ ਨੇ, ਕਿੱਥੇ ਆਪਾਂ ਕੀ ਯੂਜ਼ ਕਰ ਸਕਦੇ ਆ, ਉਹਦੇ ਬਾਰੇ ਲੋਕਾਂ ਨੂੰ ਅਵੇਅਰ ਕਰਨਾ, ਠੀਕ ਹੈ ਨਾ। ਵੀ ਬੈਂਕਾਂ ਦੇ ਵਿੱਚ ਪੈਸਾ ਰੱਖਣ ਦੇ ਕੀ ਬੈਨੀਫਿਟ ਨੇ, FD ਕੀ ਹੁੰਦੀ ਆ, RD ਕੀ ਹੁੰਦੀ ਆ, ਉਹ ਸਾਰੀ ਜਿਹੜੀ ਹੈਗੀ ਹੈ ਫਾਈਨੈਂਸ਼ੀਅਲ ਅਵੇਅਰਨੈਸ ਦੇ ਵਿੱਚ ਆਉਂਦੀ ਹੈ। ਤਾਂ ਇਹਦੇ ਵਿੱਚ ਕੀ ਹੈਗਾ ਫਾਈਨੈਂਸ਼ੀਅਲ ਲਿਟਰੇਸੀ ਦੇਣ ਦੇ ਲਈ ਇਹ ਪ੍ਰੋਗਰਾਮ ਸਟਾਰਟ ਕੀਤਾ ਗਿਆ। ਇੰਡੀਆ ਪੋਸਟ ਪੇਮੈਂਟ ਬੈਂਕ ਨੇ ਸਟਾਰਟ ਕੀਤਾ ਹੈ, ਇਹ ਵੀ ਪਤਾ ਹੋਣਾ ਚਾਹੀਦਾ। ਬਾਏ ਦਾ ਵੀਮਨ ਫॉर ਦਾ ਵੀਮਨ, ਤਾਂ ਇਹ ਜਿਹੜਾ ਸਲੋਗਨ ਹੈਗਾ ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ।
फर्स्ट फ्लोटिंग फाइनेंशियल लिटरेसी कैंप हैगा। तो फ्लोटिंग तुसी पानी दे रिलेटेड समझदे हो की चीज है, ठीक है जी। चलो तो कुल मिला के इंपॉर्टेंट न्यूज़ है क्योंकि थोड़ी जी डिफरेंट न्यूज़ है, एक्सेप्शन भी आई भी फर्स्ट बारे गल हो रही है। वेस्ट अफ्रीकन कंट्री घाना एज्यूम्स द रोटेटिंग मंथली प्रेजिडेंसी ऑफ द यूएन सिक्योरिटी काउंसिल। तो रोटेशन ते चलता रहता है, ਆਪਾਂ ਨੂੰ पता है यूएस यूके रशिया चाइना फ्रांस, तो ये ਜਿਹੜੀਆਂ ਹੈਗੀਆਂ 5 ਕੰਟਰੀਜ਼ यूएन ਦੀਆਂ परमानेंट ने, बाकी नॉन परमानेंट ਹੁੰਦੀਆਂ, रोटेशन ਤੇ ਬਦਲਦੀਆਂ ਰਹਿੰਦੀਆਂ ਨੇ टाइम टू टाइम। ਇਹਦੇ ਵਿੱਚ ਸਿਰਫ ਇਹੀ ਹੈ ਜਦੋਂ ਇੰਡੀਆ ਰੀਸੈਂਟਲੀ ਬਣਦੀ ਹੈ ਕਿੰਨੇ ਸਾਲ ਲਈ ਬਣਦੀ ਹੈ ਉਹ ਤੁਹਾਨੂੰ ਪਤਾ ਹੋਣਾ ਚਾਹੀਦਾ। ਇਹ ਬਹੁਤ ਜ਼ਿਆਦਾ ਇੰਪੋਰਟੈਂਟ ਨਹੀਂ ਹੈ, ਪੀਪੀਐਸਸੀ ਜੇ ਰੀਸੈਂਟ ਹੋਏਗਾ ਪੇਪਰ ਤਾਂ ਉਹਦੇ ਬਾਰੇ ਪਤਾ ਹੋਣਾ ਚਾਹੀਦਾ। स्विट्जरलैंड इज होम टू द वर्ल्ड्स लॉन्गेस्ट पैसेंजर ट्रेन, ठीक है। तो रिकॉर्ड बनया, थोड़ा जा फोकस कर लो, रीसेंट हैगा आ सकता। वर्ल्ड दी लॉन्गेस्ट पैसेंजर ट्रेन किथे है, केड़ी कंट्री ने बनाई है? तो सीधा ही क्वेश्चन आएगा स्विट्जरलैंड ने बनाई है। बस मेन इंफॉर्मेशन यही है। ये वैसे बहुत रेयर चांस है भी वो पूछणगे किन्ने कोचेस ने, किन्ने मीटर दी है, किन्नियां सीट्स ने, इस तरह का डाटा नहीं आएगा। P++ भी सिंपल यही पूछूगा भी वर्ल्ड दी लॉन्गेस्ट पैसेंजर ट्रेन रीसेंटली किसने बनाई है? तो तुहानू पता होना चाहिए जी स्विट्जरलैंड ने बनाई है। यूएस डिपार्टमेंट ऑफ ट्रेजरी रिमूव्ड इंडिया अलॉन्ग विद इटली, मैक्सिको, थाईलैंड एंड वियतनाम फ्रॉम इट्स करेंसी मॉनिटरिंग लिस्ट। तो इकनॉमी इशू या इकनॉमिक इशूज थोड़ा पाया हुआ है जी सिलेबस, साइंस एंड टेक इशूज, इकनॉमिक इशूज, स्पोर्ट्स, लिटरेचर एवं कर करके तो थोड़ा जिहा पढ़ लेंगे क्योंकि रीसेंट न्यूज़ है। यूएस डिपार्टमेंट ऑफ ट्रेजरी, ट्रेजरी तुहानू पता ही है जी खजानची, खजाना, ठीक है ना, उहदे बारे जिहड़ा गल हो रही है। तो रीसेंटली जिहड़ा हैगा इंडिया नू रिमूव किया गया, इंडिया नू रिमूव किया गया रीसेंटली फ्रॉम इट्स करेंसी मॉनिटरिंग लिस्ट। तो यूएस का एक सिस्टम चल रहा है जिहदे थ्रू वो सर्वेलेंस का काम करता है, सारियां दी करेंसी नू मॉनिटर करता है। तो उहदे विचों इंडिया नू कट दिता गया। चाइना, जापान, कोरिया, जर्मनी, मलेशिया, सिंगापुर एंड ताइवान आर द 7 इकोनॉमी दैट आर अ पार्ट ऑफ करंट मॉनिटरिंग सिस्टम, ठीक है। तो डिप्लोमेटिक पॉलिटिकल इशूज ने उस तरह ने, तो आप बहुत ज्यादा डिटेल्स नहीं जावांगे भी क्यों कढ़िया गया, क्योंकि ये बहुत रीजनस ने, बहुत कॉन्ट्रोवर्सीज ने एंड ऑल। तो ये आपको बस यही पता होना चाहिए कि यूएस डिपार्टमेंट ऑफ ट्रेजरी ने रीसेंटली इंडिया नू जिहड़ा हैगा मॉनिटरिंग लिस्ट चों बाहर करता, पहली चीज। दूजी चीज ਇਹਦੇ ਵਿੱਚ ਚਾਈਨਾ हैगी है, ठीक है। तो मेन कंट्रीज से फोकस करना होंगे, चाइना ਇਹਦੇ ਵਿੱਚ हैगी है, ये भी पता होना चाहिए। चलो 7 टोटल कंट्रीज ने, ये भी याद रख लो। नैक्सट एशियान, तो एशियान के बारे तुहानू मेन ये चीज पता होनी चाहिए। देखो ये बहुत इंपॉर्टेंट है, अज का हुण तक का सब तो इंपॉर्टेंट क्वेश्चन यही है। जिन्ने भी क्वेश्चन आपने डिस्कस किए ने तो ये 100% है किसी ना किसी पेपर च आएगा ही आएगा। एशियान दे बहुत सालों तो 10 मैंबर सीगे। एसोसीएशन ऑफ साउथ ईस्ट एशियन नेशंस फुल फॉर्म पता होनी चाहिए है। इंडिया एदा मैंबर नहीं है, ये सब तो इंपॉर्टेंट न्यूज़ है। तीजी न्यूज़ ये हैगी है कि ये पहला 10 मैंबर सीगे, हुण रीसेंटली जिहड़ा हैगा ईस्ट तिमोर ऐड होया तो ये 11 मैंबरस हो गए। तो एशियान बारे ये तीनों गल्लां बहुत इंपॉर्टेंट ने। फुल फॉर्म पहला 10 मैंबर सीगे, हुण ईस्ट तिमोर ऐड हो गया तो इंडिया इहदा मैंबर नहीं है। चलो पाकिस्तान, घाना एंड बांग्लादेश will be among the first recipients of funding from G7 Global Shield Initiative to provide funding to countries suffering climate disasters. The program announced at the COP27 summit in Egypt. तो सब तो पहला इंपॉर्टेंट न्यूज़ होंदी है पंजाब दी, उस तो बाद नेबरिंग स्टेट्स दी, हिमाचल प्रदेश, हरियाणा, राजस्थान, इन्हां दी। सिमिलरली सब तो पहला इंपॉर्टेंट होंदी है इंडिया दी, फिर नेबरिंग कंट्रीज दी, उस तो बाद गल आंदी है यूएसए, रशिया, चाइना, फ्रांस। जे मेन कंट्रीज की कोई न्यूज़ है तो वो चीज़ां तुहानूं पता होनी चाहिए, चाहे जिहड़ा मर्जी पेपर दे रहे हो। हुण इहदे विच की हैगा, फंडिंग आ रही है जी G7 तो G7 सारिआं नूं पता है ग्रुप ऑफ 7। किवें याद कीते होए मैंबरस, वो ऑलरेडी वीडियोस अपलोड कीतियां होईयां ने, देख सकते हो प्लेलिस्ट दे विच। हुण इहदे विच की हैगा, जिहड़ियां भी कंट्रीज क्लाइमेट प्रॉब्लम्स, क्लाइमेट डिजास्टर्स होण करके बहुत ज़्यादा प्रॉब्लम्स ने, तो G7 ने उन्होंने फंडिंग देनी स्टार्ट की है। G7 उन्होंने हेल्प कर रहा है। तो रीसेंटली न्यूज़ ये हैगी है कि पाकिस्तान, घाना ते बांग्लादेश फर्स्ट रेसिपिएंट्स ने
ਜਿਨ੍ਹਾਂ ਨੂੰ ਫੰਡਿੰਗ ਮਿਲੇਗੀ ਇਸ ਚੀਜ਼ ਨੂੰ ਟੈਕਲ ਕਰਨ ਦੇ ਲਈ। ਇੰਪੋਰਟੈਂਟ ਕੁਐਸਚਨ ਹੈ, ਇਨਵਾयरमेंट ਨੂੰ ਲੈ ਕੇ क्वेश्चन आएगा ही आएगा एक्सरसाइज हर पेपर च आ रहा अजकल। इन्वायरमेंट ਨੂੰ ਲੈ ਕੇ, ਹੈਲਥ ਨੂੰ ਲੈ ਕੇ, ਸਪੋਰਟਸ ਨੂੰ ਲੈ ਕੇ ਤਾਂ ਸ਼ੁਰੂ ਤੋਂ ਆਂਦਾ ਹੀ ਆਂਦਾ। ਚਲੋ ਤਾਂ ਪਾਕਿस्तान, घाना, बांग्लादेश बहुत इंपॉर्टेंट है जी, बहुत इंपॉर्टेंट मतलब बहुत इंपॉर्टेंट। उस तो भी इंपॉर्टेंट क्वेश्चन की हैगा जिहड़ा कि आ भी चुकिया बहुत पेपरां च ते आंदा भी रहेगा, वो हैगा भी COP27 कित्थे होई है। तो पहली चीज तो तुहानूं ये पता होना चाहिए है, इहदा मतलब हैगा कॉन्फ्रेंस ऑफ पार्टीज। फुल फॉर्म सब तो इंपॉर्टेंट चीज है, ऑलरेडी ASI चाहिए रिसेंटली, कॉन्फ्रेंस ऑफ पार्टीज। ਇਹਦੀ फुल फॉर्म पता होनी चाहिए है। ਜਿਹੜਾ ਇਹ ਸਮਿਤ ਹੋਇਆ ਇਹ ਇਜਿਪਟ ਦੇ ਵਿੱਚ ਹੋਇਆ, ਠੀਕ ਹੈ ਜੀ, ਸ਼ਰਮ ਅਲ ਸ਼ੇਖ ਕਰਕੇ ਕੁਝ ਇਸ ਤਰ੍ਹਾਂ ਦਾ ਨਾਮ ਹੈਗਾ ਤੇ ਇਹ ਇਜਿਪਟ ਦੇ ਵਿੱਚ ਹੋਇਆ। ਤੁਹਾਨੂੰ ਇਹ ਚੀਜ਼ ਪਤਾ ਹੋਣੀ ਚਾਹੀਦੀ ਹੈ। ਕਲਾਈਮੇਟ ਡਿਜ਼ਾਸਟਰਸ ਨੂੰ ਲੈ ਕੇ ਪਾਕਿस्तान, घाना, बांग्लादेश ਜਿਹੜਾ ਹੈਗਾ ਫਸਟ ਰੈਸੀਪੀਐਂਟਸ ਹੋਣਗੇ। ਮਲੇਸ਼ੀਆ ਦਾ ਵੈਟਰਨ ਆਪੋਜੀਸ਼ਨ ਲੀਡਰ ਅਨਵਰ ਇਬਰਾਹਿਮ हैज बीन स्वोन इन एज द कंट्रीज न्यू प्राइम मिनिस्टर। ਤਾਂ ਨਵਾਂ ਬਣਿਆ, ਰੀਸੈਂਟ ਬਣਿਆ, ਨੇੜੇ ਤੇੜੇ ਵਾਲੀ ਕੰਟਰੀ ਹੈਗੀ ਹੈ, ਮਤਲਬ ਏਸ਼ੀਅਨ ਕੰਟਰੀ ਹੈਗੀ ਹੈ, ਤਾਂ ਪਤਾ ਹੋਣਾ ਚਾਹੀਦਾ। ਅਨਵਰ ਇਬਰਾਹਿਮ, ਇਹਦਾ ਮਤਲਬ ਇਹ ਬਿਲਕੁਲ ਨਹੀਂ ਹੈ ਵੀ ਤੁਹਾਨੂੰ ਹਰ ਕੰਟਰੀ ਦਾ PM ਤੇ ਪ੍ਰੈਜ਼ੀਡੈਂਟ ਪਤਾ ਹੋਣਾ ਚਾਹੀਦਾ। ਇੱਕ ਤਾਂ ਜਿਹੜੇ ਲਾਸਟ 2 to 3 ਮੰਥਸ ਦੇ ਵਿੱਚ ਬਣੇ ਨੇ ਉਹ ਤੁਹਾਨੂੰ ਪਤਾ ਹੋਣੇ ਚਾਹੀਦੇ ਨੇ। ਇੱਕ US, ਰਸ਼ੀਆ, ਚਾਈਨਾ, ਫਰਾਂਸ, ਕੈਨੇਡਾ, ਮੇਨ ਜਿਹੜੇ ਹੈਗੀ ਕੰਟਰੀਜ਼, ਉਹਨਾਂ ਦੇ PM ਪ੍ਰੈਜ਼ੀਡੈਂਟ ਪਤਾ ਹੋਣੇ ਚਾਹੀਦੇ ਨੇ। ਇੱਕ ਕੋਈ ਜਿਹੜਾ ਹੈਗਾ ਐਕਸੈਪਸ਼ਨ ਹੋਵੇ, ਫਸਟ ਲੇਡੀ ਬਣੀ ਹੈ ਜਾਂ ਕੰਟਰੋਵਰਸੀ ਚੱਲ ਰਹੀ ਹੋਵੇ ਉਹ ਬਣੀ ਹੈ, ਤਾਂ ਉਹ ਪਤਾ ਹੋਣਾ ਚਾਹੀਦਾ। इन नेपाल तो ये नाम ही है इस न्यूज़ च, होर कुछ नहीं आप करना। देखो बहुत सालों तो यही चल रहा बंदा अपना शेर बहादुर दियोबा, तो ये सारे को पता ही है जी, छड़ दो। प्राइम मिनिस्टर शहबाज शरीफ तो बहुत बार पढ़ चुके हैं ये बारे आप। शहबाज शरीफ पाकिस्तान का PM, पाकिस्तान मुस्लिम लीग नवाज दी पार्टी है, ठीक है जी। PM हैगा, ये तो पहला जो PM सीगा ओदी पार्टी सी तहरीक इंसाफ पार्टी, ते ओदा नाम सीगा जी प्लेयर, पता है थोनू केड़ा, इमरान खान। चलो बस उस तो बाद जेड़ा हैगा ਇਹਦੇ ਵਿੱਚ ਨਿਊਜ਼ ਕੀ ਹੈ, ਅਪਾਇੰਟਡ ਲੈਫਟੀਨੈਂਟ ਜਨਰਲ ਆਸਿਮ ਮੁਨੀਰ, ਠੀਕ ਹੈ। ਤਾਂ ਰੀਸੈਂਟਲੀ ਜਿਹੜਾ ਹੈਗਾ ਪਾਕਿਸਤਾਨ ਦਾ ਲੈਫਟੀਨੈਂਟ ਜਨਰਲ ਬਣਿਆ ਆਸਿਮ ਮੁਨੀਰ। ਆਸਿਮ ਮੁਨੀਰ ਜਿਹੜਾ ਹੈਗਾ ਲੈਫਟੀਨੈਂਟ ਜਨਰਲ ਬਣਿਆ ਜੀ ਪਾਕਿस्तान ਦਾ, ਬਹੁਤ इंपॉर्टेंट न्यूज़ है, ठीक है। डायरेक्ट क्वेश्चन यही आएगा रीसेंटली कौन बने। समटाइम्स ये भी आ सकता है पहला कौन सीगा, तो ਉਹਦਾ ਨਾਮ ਸੀਗਾ ਜੀ ਬਾਜਵਾ, ठीक है जी, याद रखियो इंपॉर्टेंट है। न्यू आर्मी चीफ, तो इंडिया का ਜਿਹੜੇ आर्मी चीफ ने ਉਹ ਤੁਸੀਂ ਜਿਹੜਾ ਹੈਗਾ ਕਮੈਂਟਸ ਦੇ ਵਿੱਚ ਦੱਸੋਗੇ। ਨੈਕਸਟ ਹੈਗਾ ਜੀ इंदौर। इंदौर ਦਾ ਨਾਮ ਸੁਣਦੇ ਸਾਰ ਆਪਾਂ ਨੂੰ ਯਾਦ ਆਉਂਦਾ ਵੀ ਇਹ ਕਲੀਨ ਸਿਟੀ ਹੈਗੀ ਆ ਬਹੁਤ ਸਾਲਾਂ ਤੋਂ, ਮੱਧ ਪ੍ਰਦੇਸ਼ इंदौर। नेशंस फर्स्ट लोकल गवर्नमेंट बॉन्ड टारगेटिंग इंडिविजुअल इन्वेस्टर्स विद प्रोसीड्स यूज्ड टू फंड अ सोलर पावर प्रोजेक्ट। तो मैं उम्मीद करदा जी ਤੁਹਾਨੂੰ ਬੌਂਡਸ ਬਾਰੇ ਬੇਸਿਕ ਜੀ ਚੀਜ਼ ਪਤਾ ਹੋਏਗੀ ਵੀ ਕੀ ਹੁੰਦੇ ਨੇ, ਨਹੀਂ ਤਾਂ ਤੁਸੀਂ ਇਕਨੋਮੀ ਦੇ ਬੇਸਿਕ ਲੈਕਚਰ ਚ ਸਮਝ ਸਕਦੇ ਹੋ। ਹੁਣ ਇਹਦੇ ਵਿੱਚ ਕੀ ਹੈਗਾ ਕਿ ਦੇਖੋ ਇੰਪੋਰਟੈਂਟ ਨਿਊਜ਼ ਹੈ, ਡਾਇਰੈਕਟ ਕੁਐਸਚਨ ਆਏਗਾ ਨੇਸ਼ਨਸ ਫਸਟ ਲੋਕਲ ਗਵਰਨਮੈਂਟ ਬੌਂਡ, मतलब इस स्टेट दे अपने बॉन्ड्स होंगे, पर्टिकुलरली इस स्टेट दी ही गल हो रही है जी, मतलब इंदौर दी ही गल हो रही है, इंदौर दी ही गल हो रही है। इंदौर दे विच ही जिहड़ा हैगा इस तरह के बॉन्ड्स चलणगे, तो यह हैगा फस्ट लोकल गवर्नमेंट बॉन्ड्स। तो ये सिर्फ ते सिर्फ बेनीफिट देणगे जिहड़े उत्थे दे इन्वेस्टर्स ने, पूरे देश नूं नहीं इहदे नाल बेनीफिट होण लग्गिया, सिर्फ ते सिर्फ उत्थे दे इन्वेस्टर्स नूं इहदा बेनीफिट होएगा। तो ये जिहड़ा बॉन्ड्स ने यह यूज होणगे सोलर पावर प्रोजेक्ट दे लई। देखो बॉन्ड्स थोड़ा जिहा देख लैंदे आपां, बहुत ज़्यादा डिटेल च करांगे। बॉन्ड कुछ नहीं है, एक पेज है। मेरे को अज पैसा है नहीं पर यह पेज हैगा, प्रोमिसिंग पेज कह सकते हो। मैं पेज दे दूंगा, ये लिख के दे दूंगा मैं थोड़े तो इन्ना पैसा फड़ रहा, इन्नी डेट नूं इन्ने इंटरस्ट नाल तुहानूं पैसा वापस कर दूंगा। तो मेरे को बॉन्ड सीगा, मैं वो देता, पैसा मेरे को आ गया, पैसा मैं सोलर पावर प्रोजेक्ट ते लाता, काम शुरू कर लिया, इन्वेस्टमेंट करती, पैसा जनरेट होया, तो उस तो बाद की होएगा जी पैसा वापस जाऊगा, मेरा पेज मेरे को वापस आ जाऊगा। बस ये चीज होती है बॉन्ड, और कुछ नहीं होता। चलो, द यूनियन कैबिनेट हैज गिवन इट्स अप्रूवल फॉर द नेमिंग ऑफ न्यू ग्रीनफील्ड एयरपोर्ट।
100% कन्फर्म्ड है पेपर आने, क्वेश्चन आना ही आना है, ऑलरेडी आ चुके हैं जी। देखो वर्ड यूज होया ग्रीनफील्ड एयरपोर्ट, तो दो तरह के प्रोजेक्ट्स होंगे ने, ग्रीनफील्ड ते ब्राउनफील्ड। इकोनॉमी का बेसिक है ग्रीनफील्ड ते ब्राउनफील्ड। ग्रीनफील्ड का मतलब यह हैगा कि अज तो पहला उरे कुछ भी नहीं सीगा, बहुत ही बेसिक तो बहुत ही जीरो लैवल तो प्रोजेक्ट स्टार्ट होना, प्रोजेक्ट तो कुछ भी हो सकता है, ਉਹਨੂੰ ਆਪਾਂ ਕਹਾਂਗੇ ग्रीनफील्ड प्रोजेक्ट। ਉਰੇ कुछ ਪਹਿਲਾਂ ਸੀਗਾ, ਹੁਣ ਉਹਦੀ ਰਿਪੇਅਰ ਹੋ ਰਹੀ ਹੈ, ਅਮੈਂਡਮੈਂਟ ਹੋ ਰਹੀ ਹੈ, ਐਡੀਸ਼ਨ ਹੋ ਰਹੀ ਹੈ, ਤਾਂ ਉਹਨੂੰ ਆਪਾਂ ਕਹਾਂਗੇ ਬ੍ਰਾਊਨਫੀਲਡ। ਵੀ ਆਲਰੇਡੀ ਉੱਥੇ ਕੁਝ ਨਾ ਕੁਝ ਐਗਜ਼ਿਸਟ ਕਰ ਰਿਹਾ ਸੀਗਾ, ਹੁਣ ਕੁਝ ਹੋਰ ਬਣਾਉਣ ਜਾ ਰਹੇ ਆ, ਤਾਂ ਉਹਨੂੰ ਆਪਾਂ ਕਹਾਂਗੇ ਬ੍ਰਾਊਨਫੀਲਡ। ਤਾਂ ਜ਼ਿਆਦਾਤਰ ਇਹੀ ਹੁੰਦਾ ਕਿ ਗ੍ਰੀਨਫੀਲਡ ਲਈ ਜ਼ਿਆਦਾ ਲੋਨ ਮਿਲ ਜਾਂਦਾ, ਬ੍ਰਾਊਨਫੀਲਡ ਲਈ ਘੱਟ ਲੋਨ ਮਿਲਦਾ। ਹੁਣ ਇਹਦੇ ਵਿੱਚ ਕੀ ਹੈਗਾ, ਨਿਊਜ਼ ਕੀ ਹੈ ਜੀ, ਬਹੁਤ ਇੰਪੋਰਟੈਂਟ ਹੈ। क्वेश्चन डायरेक्ट यही बनेगा कि ਜਿਹੜਾ ਦੋਨੀਓ ਪੋਲੋ 에ਅਰਪੋਰਟ ਹੈ ਕਿੱਥੇ ਹੈ, ਤਾਂ ਉਹ ਈਟਾਨਗਰ ਦੇ ਵਿੱਚ ਹੈ, ਅਰੁਣਾਚਲ ਪ੍ਰਦੇਸ਼ ਦੇ ਵਿੱਚ ਹੈ, ਕਿਉਂਕਿ ਇਹਨੂੰ ਮੋਦੀ ਜੀ ਨੇ ਇਨੋਗਰੇਟ ਕੀਤਾ ਸੀਗਾ। ਇਹ ਵੀ ਵਨ ਆਫ ਦਾ ਰੀਜ਼ਨਸ ਹੈਗਾ ਕਿ ਬਹੁਤ ਇੰਪੋਰਟੈਂਟ ਹੈ, ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ। ਨਿਊ ਗ੍ਰੀਨਫੀਲਡ 에ਅਰਪੋਰਟ ਹੈ ਜੀ, ਦੋਨੀਓ 에ਅਰਪੋਰਟ ਨਾਮ ਹੈਗਾ, ਅਰੁਣਾਚਲ ਪ੍ਰਦੇਸ਼ ਦੇ ਵਿੱਚ ਹੈਗਾ, ਈਟਾਨਗਰ ਉਹਦੀ ਕੈਪੀਟਲ ਹੈ, ਉੱਥੇ ਹੈ ਪਾਰਟਿਕੂਲਰਲੀ। प्राइम मिनिस्टर नरेंद्र मोदी डिक्लेयर्ड हाँ देखो ये भी 100% कन्फर्म्ड है जी, ऑलरेडी आ चुके हैं। देखो तो थोनों ऑन रिपीट मैं चीज समझाने की कोशिश करदा, कोई भी पेपर देने जा रहे हो तो थोनों लास्ट 5 to 6 मंथ्स दे विच जिन्ने भी पेपर होए ने, हुण जिन्ने भी पेपर होए दा मतलब की हैगा SSC दा, CGL, CHSL, MTS ते होर तरह के पेपर होंदे ने, सारिआं नूं पता होएगा। IBPS, PO, क्लैरिकल, RBI इस तरह के काफ़ी होंगे ने, ते इंश्योरेंस, ठीक है जी। उस तो बाद PSSB दे भी बहुत पेपर होंगे रहते हैं, सारिआं नूं पता है। दैन PPSC दे बहुत पेपर होंगे रहते हैं, सारिआं नूं पता है। तो इन्हां दे जिन्ने भी पेपर होए ने लास्ट 6 मंथ्स दे विच ऑबवियसली 90% पेपर्स दे विच करंट अफेयर्स आंदे ही आंदे ने, वो सारे तुहानूं आने चाहिए ने। जिवें आपां एक सिंपल जी गल करिए, SSC CGL का रीसेंटली 1 दिसंबर तो लैके 13 दिसंबर तक 40 शिफ्टां होईयां ने, हर शिफ्ट दे विच 25 क्वेश्चन जीके दे आए ने, उस चों तुसीं ला के चलो भी 10 क्वेश्चन तक करंट अफेयर दे आए ने। ये मैं मिनीमम दस रहा, वैसे किसी च 18 भी आए ने, किसी च 15 भी आए ने, किसी च 12 भी आए ने, पर जे आपां 10 भी लाइए तो रिपीट नहीं हुंदे, ज़्यादातर कंसैप्ट रिपीट हो जाता है, पर एज इट इज़ क्वेश्चन रिपीट नहीं हुंदा, टॉपिक रिपीट हो जाता। तो 400 क्वेश्चन तो यही हो गए। हुण जिहड़े 400 क्वेश्चनस ने, ये लास्ट 1 ईयर के मोस्ट इंपॉर्टेंट क्वेश्चनस ने, चाहे पेपर जिहड़ी मर्जी एजेंसी ने लेना, थोनों ये क्वेश्चनस आने चाहिए ने। थोड़ी अप्रोच ये होनी चाहिए, थोनों पता होना चाहिए भी रिसेंटली आ पेपर होया, चलो ये करिए। सारा पेपर ना करो पर करंट अफेयर्स तो कर लो। ये 400 क्वेश्चनस करन नूं थोड़े 400 मिनट भी नहीं लगने, तुसीं ऐ ला लो। पर ये मोस्ट इंपॉर्टेंट 400 क्वेश्चन हुणे, क्वेश्चन आया होया उत्थों ही मैनूं ये चीज़ याद आई है, तो तुहानूं पता होना चाहिए भी SSC च आया होया, ये IBPS च आया होया, ये IBPS च आया होया, देख सकते हो 26 नवंबर नूं पेपर होया सीगा, ये SSC CGL च आया होया। तो तुहानूं ये चीज़ां पता होनियां चाहिए भी किहड़ा क्वेश्चन कित्थे आया होया। चलो जे नहीं भी पता कोई इशू नहीं, तुहानूं ये याद होना चाहिए, बहुत इंपॉर्टेंट चीज़ है ये। इत्थों ही पता लगता है जी करंट अफेयर्स किहड़े इंपॉर्टेंट है किहड़े नहीं है, ऑबवियसली, क्योंकि जनरलाइजेशन ही चलती है हमेशा। जे मैनू ये चीज़ इंपॉर्टेंट लग रही है तो जो पेपर पा रहा उन्होंने तो होर इंपॉर्टेंट लग रही होगी ऑबवियसली। चलो हुण इहदे विच की हैगा, क्वेश्चन की हैगा जी, प्राइम मिनिस्टर नरेंद्र मोदी डिक्लेयर्ड मनगढ़, हिंदी का वर्ड है धाम, एज अ नेशनल मॉन्यूमेंट इन द बंसवाड़ा डिस्ट्रिक्ट राजस्थान। तो लोकेशन भी पता होनी चाहिए है, बंसवाड़ा डिस्ट्रिक्ट राजस्थान, लोकेशन बहुत इंपॉर्टेंट है। नाम तो ऑब्वियसली हैगा ही हैगा, न्यूज़ कुछ नहीं है, नेशनल मॉन्यूमेंट होएगा। तो सारे नूं पता है नेशनल मॉन्यूमेंट का मतलब की हुंदा है। दिस इज द कॉमन हेरिटेज ऑफ राजस्थान, गुजरात, महाराष्ट्र एंड मध्य प्रदेश। तो ਇਹਦਾ ਤੁਸੀਂ मतलब समझ गए भी है ये ਜਿਹੜਾ ਹੈਗਾ हेरिटेज कॉमन हैगा सारिਆਂ 'ਚ, पर ਇਹਦੀ लोकेशन हैगी है राजस्थान 'ਚ, ठीक है जी। है तो हुण इंडिया का ही है, इंडिया के विच पर्टिकुलरली इन्हां स्टेट्स का हैगा। चलो इन्ना डिटेल्स नहीं होना, थोनों बस ये पता होना चाहिए रीसेंटली नेशनल मॉन्यूमेंट किहड़ा हैगा जी, आह कित्थे हैगा, आह बस ये चीज़ पता होनी चाहिए। नैक्सट हैगा जी मिनिस्ट्री ऑफ एजुकेशन। देखो ये क्वेश्चन जनजातीय दिवस के उत्ते जिहड़ा क्वेश्चन हैगा, बिरसा मुंडा के उत्ते क्वेश्चन हैगा, तुसीं लास्ट 5 ईयर्स के
जे 100 पेपर चकोगे थोनू मैं गारंटी देना थोनू 25 पेपर क्वेश्चन मिलेगा ही मिलेगा। यूपीएससी पीपीएससी तो पाँदी हो पाँदी है, PSSS भी ऑन रिपीट हुण पाना इन्हें स्टार्ट करता। तो ये बारे थोनू थोड़ा जिहा पता होना चाहिए जी। बिरसा मुंडा यह जे सीगे या यही जी परसनैलिटी हैगी है बिरसा मुंडा, इस तरह की परसनैलिटी हैगी है। पहली गल तो ट्राइबल नाल हैगी है, उन्होंने फेवर च इन्होंने बहुत कुछ किया। दूजी गल ये इस तरह की परसनैलिटी है जिन्हों का पार्लीमेंट दे विच पूरा ऑनर दे नाल एक कह लो तुसी फोटो कह सकते हो, या फिर उन्होंने जिहड़ा हैगा पर्टिकुलर कीवर्ड यूज करांगे, स्टैचू तो नहीं कहांगे जी, है पोर्ट्रेट कह सकते हो। तो वो उत्थे हैगा पार्लीमेंट, मतलब इन्होंने फुल ऑनर दिता होया है, फुल रिस्पैक्ट दी हुई है। तो ये चीज तुहानू पता होनी चाहिए। उस तो बाद जिहड़ा हैगा रीसेंटली मतलब कुछ साल पहला 1-2 साल पहला 15 नवंबर ਨੂੰ डिक्लेयर होया सीगा कि आपां जिहड़ा हैगा जनजातीय दिवस सैलीब्रेट करांगे, जनजातीय दिवस सैलीब्रेट करांगे। आ लिखा हुआ जी 15 नवंबर 2021 की गल है, मतलब इस बार जिहड़ा हैगा 2 ही साल होए ने हले 21 ते 22। UN कैबिनेट ऑफ द गवर्नमेंट दिस ठीक है। तो कुल मिला के ये विच बस आपां नूं ये पता होना चाहिए कि जनजातीय दिवस 15 नवंबर नूं सैलीब्रेट किया जाता है, बिरसा मुंडा नाल एसोसीएटेड है ते उन्हां दा पोर्ट्रेट हैगा। झारखंड दे सीगे। चलो प्राइम मिनिस्टर नरेंद्र मोदी वंदे भारत ऑब्वियसली जी बहुत इंपॉर्टेंट हैगा। वंदे भारत उत्ते क्वेश्चन आएगा ही आएगा, ऑलरेडी आंदा रहिंदा है, बहुत पेपरां च आ चुकिया है। इस टाइम ते टोटल 5 वंदे भारत ट्रेन्स चल चुकियां ने, बहुत बार डिस्कस कर चुकियां जी। तो ये कमेंट्स दे विच तुसीं दसोगे 5 दियां 5 किहड़ियां ने। ऑब्वियसली जिहड़ी मोस्ट इंपॉर्टेंट हैगी है वो जिहड़ी रीसेंट हैगी है मतलब 5वीं है, वो तुहानूं पता होनी चाहिए है। उस तो बाद इंपॉर्टेंट हैगा भी तुहानूं पहले ही पता होनी चाहिए। तो हमेशा प्रेफरेंस से पढ़ो, पता तुहानूं सारियां ही होनी चाहिए, पर यह तो तुसीं किसी भी कंडीशन च नहीं भूल सकते। सिमिलरली पहली वंदे भारत बारे जिहड़ा हैगा सारिਆਂ ਨੂੰ पता है भी गवर्नमेंट ट्रेन सीगी ते सब तो फास्ट चलती सी गवर्नमेंट दे उस च। हुण इहदे विच जिहड़ा हैगा जी वंदे भारत ट्रेन, तो ये गल हो रही है मैसूर टू चेन्नई की, ठीक है जी। तो ये डिटेल्स दे विच तुसीं आप दसोगे कमेंट्स दे विच। हुण उस तो बाद हैगा जी द गवर्नमेंट इज सेट टू लॉन्च द, ये भी बहुत बार कह चुके हैं जी कि ये क्वेश्चन भी जिहड़ा हैगा किस ना इस पेपर दे विच आएगा ही आएगा। वर्ल्ड्स लॉन्गेस्ट लग्जरी या लग्जरी रिवर क्रूज, ठीक है जी। तो ये जिहड़ा हैगा तुहानूं नाम पता होना चाहिए। पहली गल तो यह है कि वर्ल्ड दा लॉन्गेस्ट लग्जरी रिवर क्रूज। उस तो बाद तुहानूं पता होनी चाहिए लोकेशन, फ्रॉम यूपी मतलब वाराणसी टू असम मतलब डिब्रूगढ़ वाया बांग्लादेश। तो बांग्लादेश विच आ जाता है जी, जे मैप के उत्ते जाओगे तो तुहानूं पता लग जाएगा, ठीक है जी। तो ये वर्ल्ड का लॉन्गेस्ट भी है तो लग्जरी भी हैगा, रिवर क्रूज हैगा जी। क्रूज बारे तुसीं समझदे होंगे की हुंदा। हुण उस तो बाद जिहड़ा हैगा इहदे विच बाकी चीज़ां इग्नोर कर सकते हो तो कमेंट्स दे विच तुसीं दसोगे भी इहदा एक होर नाम हैगा, ठीक है जी। तो वो चीज़ तुसीं कमेंट्स दे विच दसनी है भी इहदा की हैगा। ये भी आपां ने जिहड़ा हैगा बहुत बार डिस्कस किया। उस तो बाद आ गया जी स्टैच्यू ऑफ प्रॉस्पैरिटी। स्टैच्यू ऑफ प्रॉस्पैरिटी, तो स्टैच्यू ऑफ प्रॉस्पैरिटी दे विच की हैगा, स्टैच्यू ऑफ प्रॉस्पैरिटी थोनू डायरैक्ट पता होना चाहिए कि कित्थे बनया है। तो ये रीसेंट है नो डाउट, इस साल टोटल अबाउट 10 स्टैच्यूज इंपॉर्टेंट ने, बट प्रेफरेंस तो तुसीं इहनूं करोगे क्योंकि ये सब तो रीसेंट है। तो इहदे विच यही है कि स्टैच्यू ऑफ प्रॉस्पैरिटी इहदी लोकेशन पता होनी चाहिए है, किस दे उत्ते हैगा ये भी पता होना चाहिए। तो जिहड़ा कैंपेगौड़ा हैगा तुहानूं पता होएगा बेंगलोर दे विच एयरपोर्ट का नाम ही यही हैगा, तो एक बंदे दे नाम ती है जिन्हां दा पूरा नाम ये सीगा। तो इन्हां नूं ऑनर देण दे लई, इन्हां नूं रिस्पैक्ट देण दे लई जिहड़ा हैगा स्टैच्यू ऑफ प्रॉस्पैरिटी बनया होया। तो यह पर्टिकुलरली इन्हां वास्ते बनया होया ते यह फाउंडर सीगे बेंगलुरु दे, ठीक है जी। तो उम्मीद करदा ये चीज भी तुहानूं समझ आ गई होएगी। तो इस तरह जिहड़ा हैगा जी 1 मंथ दे आपां ने जिहड़े करंट अफेयर्स ने वो अबाउट 10 to 12 पेजिस दे विच कवर किए हुए ने।
ਤਾਂ ਜੇ ਕੋਈ ਸਟੂਡੈਂਟ ਪੰਜਾਬੀ ਦੇ ਵਿੱਚ ਪੜ੍ਹਨਾ ਚਾਹੁੰਦਾ ਤਾਂ ਉਹ ਵੀ ਹੈਗੇ ਨੇ, ਬਹੁਤ ਹੀ ਜਿਹੜਾ ਹੈਗਾ ਈਜ਼ੀ ਲੈਂਗੁਏਜ ਦੇ ਵਿੱਚ ਹੈਗੇ ਨੇ। ਮੇਨ ਇਹੀ ਹੈ ਜੀ, ਮੇਨ ਵਰਡਸ ਤੇ ਫੋਕਸ ਕਰਨਾ ਆਪਾਂ ਨੇ, ਕੋਈ ਬਹੁਤ ਜ਼ਿਆਦਾ ਡਿਟੇਲਸ ਦੇ ਵਿੱਚ ਨਹੀਂ ਪੜ੍ਹਨਾ। ਜਿਹੜੀ ਚੀਜ਼ ਪੇਪਰ ਦੇ ਵਿੱਚ ਆਣੀ ਆ ਉਹ ਪੜ੍ਹਨੀ ਹੈ, ਜ਼ਿਆਦਾ ਨੌਲੇਜ ਗੇਨ ਨਹੀਂ ਕਰਨੀ। ਨਹੀਂ ਤਾਂ ਕਰੰਟ ਅਫੇਅਰਸ ਦੇ ਵਿੱਚ ਤੁਹਾਨੂੰ ਔਨ ਰਿਪੀਟ ਇਹੀ ਕਿਹਾ ਜਾਂਦਾ ਕਿ ਤੁਹਾਨੂੰ ਮੈਂ ਦੱਸਣ ਦੀ ਕੋਸ਼ਿਸ਼ ਕਰਦਾ ਵੀ ਹਰ ਚੀਜ਼ ਹੀ ਇੰਪੋਰਟੈਂਟ ਲੱਗਦੀ ਹੈ, ਵੀ ਹੋ ਸਕਦਾ ਆ ਨਾ ਜੇ ਆ ਵੀ ਪੜ੍ਹ ਲਓ, ਇਹ ਵੀ ਇੰਪੋਰਟੈਂਟ ਹੈ, ਬਟ ਜੇ ਇਸ ਤਰ੍ਹਾਂ ਪੜੋਗੇ ਫਿਰ 1 ਈਅਰ ਦੇ ਕਰੰਟ ਅਫੇਅਰਸ ਇਨ ਥਾਊਜ਼ੈਂਡਸ ਹੋ ਜਾਣਗੇ, ਉਹਨਾਂ ਨਹੀਂ ਰਿਟੇਨ ਹੋ ਸਕਦਾ। ਮੰਨ ਲਓ ਤੁਸੀਂ ਇਸ ਟਾਈਮ ਤੇ ਫੀਫਾ ਦੇ ਕੁਐਸਚਨਸ ਪੜ੍ਹ ਰਹੇ ਹੋ, ਨੋ ਡਾਊਟ 45 50 55 60 ਆਰਾਮ ਨਾਲ ਕੁਐਸਚਨਸ ਬਣ ਜਾਣਗੇ, ਸਾਰੇ ਵਧੀਆ ਲੱਗਣਗੇ। ਇਸ ਟਾਈਮ ਤੇ ਐ ਲੱਗੂਗਾ ਵੀ ਸਾਰੇ ਯਾਦ ਵੀ ਹੋ ਗਏ, ਪਰ ਜਦੋਂ ਸਾਰਾ ਡਾਟਾ ਤੁਸੀਂ ਰਿਲੇਟ ਕਰੋਗੇ, ਕਾਮਨਵੈਲਥ ਵੀ ਪੜੋਗੇ, ਓਲੰਪਿਕਸ ਵੀ ਪੜੋਗੇ, ਹੋਰ ਗੇਮਸ ਬਾਰੇ ਵੀ ਪੜੋਗੇ, ਫਿਰ ਉਹ ਚੀਜ਼ ਭੁੱਲੋਗੇ। ਤਾਂ ਬੈਟਰ ਇਹੀ ਹੈ ਕਿ ਫੀਫਾ ਬਾਰੇ ਪੜੋ ਹੀ 10 ਕੁਐਸਚਨ। ਜੇ ਉਸ ਤੋਂ ਬਾਹਰ ਆ ਰਿਹਾ ਮਤਲਬ ਕੁਐਸਚਨ ਬਹੁਤ ਡਿਫਿਕਲਟ ਆ ਰਿਹਾ ਤਾਂ ਕੁਐਸਚਨ ਛੱਡਿਓ। ਕਰੰਟ ਅਫੇਅਰ 'ਚ ਇਹ ਚੀਜ਼ ਕਰਨੀ ਬਹੁਤ ਇੰਪੋਰਟੈਂਟ ਹੈ, ਕਿਉਂਕਿ ਕਰੰਟ ਅਫੇਅਰ ਸਭ ਤੋਂ ਜ਼ਿਆਦਾ ਟਾਈਮ ਕੰਜ਼ਿਊਮਿੰਗ ਹੈ, ਜਾਂ ਜੇ ਅਦਰ ਵੇ 'ਚ ਕਹਿ ਲਓ ਥੋੜੇ ਜਿਹੇ ਗਲਤ ਰਸਤੇ ਤੇ ਚੱਲ ਪਏ ਤਾਂ ਸਭ ਤੋਂ ਜ਼ਿਆਦਾ ਟਾਈਮ ਵੇਸਟਿੰਗ ਹੈ। ਸਭ ਤੋਂ ਜ਼ਿਆਦਾ ਟਾਈਮ ਜਿਹੜਾ ਵੇਸਟ ਹੁੰਦਾ ਹੈ ਜੇ ਸਹੀ ਤਰੀਕੇ ਨਾਲ ਨਹੀਂ ਪੜ੍ਹ ਰਹੇ ਤਾਂ ਕਰੰਟ ਅਫੇਅਰਸ 'ਚ ਹੁੰਦਾ ਹੈ। ਤਾਂ MCQ ਸਿਰਫ ਨਾ ਕਰੋ, ਸਿਰਫ ਬੇਸਿਕ ਚੀਜ਼ਾਂ ਨੂੰ ਚੰਗੀ ਤਰ੍ਹਾਂ ਪੜੋ। ਥੋੜੇ ਬਹੁਤ MCQ ਜੇ ਰਿਕੁਆਇਰਡ ਨੇ ਟੈਸਟਿੰਗ ਵਾਸਤੇ, ਜਦੋਂ ਪ੍ਰੋਪਰ ਟੈਸਟ ਸੀਰੀਜ਼ ਲਾ ਰਹੇ ਹੋ ਉਦੋਂ ਬਸ ਚੈੱਕ ਕਰ ਲਓ, ਠੀਕ ਹੈ ਜੀ। ਤਾਂ ਜੇ ਇਹਦੇ ਬਾਰੇ ਕੋਈ ਹੋਰ ਡਾਊਟ ਹੋਵੇ ਤੁਸੀਂ ਕੰਟੈਕਟ ਨੰਬਰ ਤੇ ਕੰਟੈਕਟ ਕਰ ਸਕਦੇ ਹੋ। ਵਿਸ਼ ਯੂ ਆਲ ਦਾ ਬੈਸਟ, ਥੈਂਕ ਯੂ।